ਬਹੁਤ ਹੀ ਪਿਆਰੇ ਵਿਦਿਆਰਥੀਓ, ਅੱਜ ਅਸੀਂ ਪੰਜਾਬੀ ਵਿਆਕਰਨ ਦਾ ਇੱਕ ਬੜਾ ਹੀ ਮਹੱਤਵਪੂਰਨ ਵਿਸ਼ਾ ਹੈ ਵਿਸਰਾਮ ਚਿੰਨ੍ਹ, ਉਹ ਪੜ੍ਹਨ ਜਾ ਰਹੇ ਹਾਂ। ਮੈਂ ਮਨਜੀਤ ਪੁਰੀ, ਲੈਕਚਰਰ ਪੰਜਾਬੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੋਖਰ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ। ਅੱਜ ਦਾ ਇਹ ਵਿਸ਼ਾ ਵਿਸਰਾਮ ਚਿੰਨ੍ਹ ਤੁਹਾਡੇ ਨਾਲ ਸਾਂਝਾ ਕਰਾਂਗਾ। ਪਿਆਰੇ ਬੱਚਿਓ, ਆਪਾਂ ਇਸ ਲੈਕਚਰ ਦੇ ਵਿੱਚ ਅੱਜ ਦੇਖਾਂਗੇ ਕਿ ਪੰਜਾਬੀ ਭਾਸ਼ਾ ਦੇ ਵਿੱਚ ਕਿੰਨੇ ਵਿਸਰਾਮ ਚਿੰਨ੍ਹ ਵਰਤੇ ਜਾਂਦੇ ਆ, ਅਤੇ ਉਸ ਤੋਂ ਪਹਿਲਾਂ ਕਿ ਵਿਸਰਾਮ ਚਿੰਨ੍ਹ ਹੁੰਦੇ ਕੀ ਆ, ਕਿੰਨਾਂ ਚਿੰਨ੍ਹਾਂ ਨੂੰ, ਕਿਹੜੇ ਸਾਈਨਜ਼ ਨੂੰ ਅਸੀਂ ਵਿਸਰਾਮ ਚਿੰਨ੍ਹ ਕਹਿੰਦੇ ਆ, ਅਤੇ ਫਿਰ ਪੰਜਾਬੀ ਦੇ ਵਿੱਚ ਇਹਨਾਂ ਦੀ ਗਿਣਤੀ ਕਿੰਨੀ ਆ, ਔਰ ਉਸ ਤੋਂ ਅਗਲੀ ਜਿਹੜੀ ਅਹਿਮ ਗੱਲ ਕਿ ਇਹਨਾਂ ਦੀ ਵਰਤੋਂ ਕਿੱਥੇ ਕਿੱਥੇ ਅਤੇ ਕਿਵੇਂ ਹੁੰਦੀ ਆ। ਇਹ ਸਾਰੀਆਂ ਗੱਲਾਂ ਆਪਾਂ ਅੱਜ ਦੇ ਇਸ ਲੈਕਚਰ ਦੇ ਵਿੱਚ ਵਿਚਾਰਾਂਗੇ। ਸੋ ਪਿਆਰੇ ਬੱਚਿਓ, ਆਓ ਆਪਾਂ ਅੱਜ ਦਾ ਇਹ ਲੈਕਚਰ ਸ਼ੁਰੂ ਕਰਦੇ ਹਾਂ। ਤੋ ਸਾਡਾ ਅੱਜ ਦਾ ਇਹ ਲੈਕਚਰ ਹੈ ਵਿਸਰਾਮ ਚਿੰਨ੍ਹ। ਇਹਦੇ ਬਾਰੇ ਆਪਾਂ ਗੱਲਬਾਤ ਪਿਆਰੇ ਬੱਚਿਓ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲੀ ਗੱਲ ਕਿ ਵਿਸਰਾਮ ਚਿੰਨ੍ਹ ਕੀ ਹੁੰਦੇ ਹੈ। ਵਿਸਰਾਮ ਚਿੰਨ੍ਹ ਅਸੀਂ ਕਿੰਨਾਂ ਚਿੰਨ੍ਹਾਂ ਨੂੰ ਕਹਿੰਦੇ ਹਾਂ, ਤਾਂ ਉਹ ਆਪਾਂ ਉਹਦੇ ਬਾਰੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਸਭ ਤੋਂ ਪਹਿਲੀ ਗੱਲ ਕਿ ਲਿਖਤੀ ਭਾਸ਼ਾ ਵਿੱਚ ਇੱਕ ਵਾਕ ਨੂੰ ਦੂਜੇ ਤੋਂ ਨਿਖੇੜਨ ਲਈ, ਦੇਖੋ ਪਹਿਲੀ ਗੱਲ ਕੀ ਹੈ ਕਿ ਲਿਖਤੀ ਭਾਸ਼ਾ ਵਿੱਚ ਇੱਕ ਵਾਕ ਨੂੰ ਦੂਜੇ ਤੋਂ ਨਿਖੇੜਨ ਲਈ, ਫਿਰ ਲਿਖਤੀ ਭਾਸ਼ਾ ਨੂੰ ਸਰਲ, ਸਪਸ਼ਟ ਅਤੇ ਸਮਝਣਯੋਗ ਬਣਾਉਣ ਲਈ ਕੁਝ ਚਿੰਨ੍ਹ ਵਰਤੇ ਜਾਂਦੇ ਆ, ਕੁਝ ਸਾਈਨ ਵਰਤੇ ਜਾਂਦੇ ਆ, ਜਿਨ੍ਹਾਂ ਨੂੰ ਅਸੀਂ ਵਿਸਰਾਮ ਚਿੰਨ੍ਹ ਕਹਿੰਦੇ ਆ। ਵਿਸਰਾਮ ਚਿੰਨ੍ਹਾਂ ਤੋਂ ਬਿਨਾਂ ਬੱਚੋ ਭਾਸ਼ਾ ਸਮਝਣਯੋਗ ਨਹੀਂ ਰਹਿੰਦੀ ਗੀ। ਜਦੋਂ ਅਸੀਂ ਪੜ੍ਹਾਂਗੇ ਨਾ, ਦੇਖੋ ਵਿਸਰਾਮ ਚਿੰਨ੍ਹ, ਉਦੋਂ ਸਾਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਲੱਗੂਗੀ ਕਿ ਜੇ ਵਿਸਰਾਮ ਚਿੰਨ੍ਹ ਸਹੀ ਨਾ ਲੱਗੇ ਹੋਣ ਜਾਂ ਭਾਸ਼ਾ ਦੇ ਵਿੱਚ ਲੱਗੇ ਹੀ ਨਾ ਹੋਣ, ਅਤੇ ਭਾਸ਼ਾ ਜਿਹੜੀ ਹੈ ਉਹ ਸਮਝਣਯੋਗ ਨਹੀਂ ਰਹਿੰਦੀ ਗੀ। ਤੋ ਅਸੀਂ ਵਿਸਰਾਮ ਚਿੰਨ੍ਹਾਂ ਬਾਰੇ ਗੱਲ ਕਰ ਰਹੇ ਹਾਂ। ਤਾਂ ਸਭ ਤੋਂ ਪਹਿਲੀ ਗੱਲ ਕਿ ਲਿਖਤੀ ਭਾਸ਼ਾ ਦੇ ਵਿੱਚ ਇੱਕ ਵਾਕ ਨੂੰ ਜਾਂ ਇੱਕ ਸ਼ਬਦ ਨੂੰ ਇੱਕ ਦੂਜੇ ਤੋਂ ਨਿਖੇੜਨ ਵਾਲੇ ਜਾਂ ਲਿਖਤੀ ਭਾਸ਼ਾ ਨੂੰ ਸਰਲ, ਸਪਸ਼ਟ ਅਤੇ ਸਮਝਣਯੋਗ ਬਣਾਉਣ ਲਈ ਜਿਹੜੇ ਕੁਝ ਚਿੰਨ੍ਹ ਵਰਤੇ ਜਾਂਦੇ ਆ, ਉਹਨਾਂ ਚਿੰਨ੍ਹਾਂ ਨੂੰ ਅਸੀਂ ਵਿਸਰਾਮ ਚਿੰਨ੍ਹ ਕਹਿੰਦੇ ਹਾਂ। ਇਹ ਚਿੰਨ੍ਹ ਲਿਖਤੀ ਭਾਸ਼ਾ ਵਿੱਚ ਠਹਿਰਾਓ, ਦਬਾਅ, ਲੈ, ਸੁਰ ਨੂੰ ਪ੍ਰਗਟ ਕਰਦੇ ਆ। ਵੀ ਭਾਸ਼ਾ ਨੂੰ ਬੋਲਦਿਆਂ ਬੋਲਦਿਆਂ ਕਿੱਥੇ ਅਸੀਂ ਠਹਿਰਾਓ ਦੇਣਾ, ਕਿੱਥੇ ਅਸੀਂ ਦਬਾਅ ਦੇਣਾ, ਕਿੱਥੇ ਅਸੀਂ ਕਿਹੜੀ ਟੋਨ ਦੇ ਵਿੱਚ ਕੋਈ ਸ਼ਬਦ ਬੋਲਣਾ, ਇਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਹੈਗਾ ਵਿਸਰਾਮ ਚਿੰਨ੍ਹ ਨਿਰਧਾਰਿਤ ਕਰਦੇ ਆ ਕਿ ਅਸੀਂ ਭਾਸ਼ਾ ਨੂੰ ਪੜ੍ਹਨਾ ਜਾਂ ਬੋਲਣਾ ਕਿਵੇਂ ਆ, ਜਾਂ ਕਿਸੇ ਕਿਤਾਬ ਤੋਂ, ਕਿਸੇ ਵੀ ਜਗ੍ਹਾ ਤੋਂ ਭਾਸ਼ਾ ਨੂੰ ਪੜ੍ਹ ਕੇ ਉਹਨੂੰ ਕਿਵੇਂ ਬੋਲਣਾ ਅਤੇ ਕਿਵੇਂ ਸਮਝਣਾ, ਇਹ ਸਾਨੂੰ ਵਿਸਰਾਮ ਚਿੰਨ੍ਹ ਦੱਸਦੇ ਆ। ਸਭ ਤੋਂ ਮਹੱਤਵਪੂਰਨ ਗੱਲ ਬੱਚੋ ਇਹ ਹੈ ਕਿ ਜੇ ਵਿਸਰਾਮ ਚਿੰਨ੍ਹ ਠੀਕ ਨਾ ਲੱਗੇ ਹੋਣ ਤਾਂ ਭਾਸ਼ਾ ਦੇ ਅਰਥ ਬਦਲ ਜਾਂਦੇ ਆ। ਇਹ ਅੱਗੇ ਚੱਲ ਕੇ ਆਪਾਂ ਅੱਗੇ ਜਾ ਕੇ ਅਗਲੀਆਂ ਸਲਾਈਡਸ ਦੇ ਵਿੱਚ ਆਪਾਂ ਦੇਖਾਂਗੇ ਕਿ ਕਿਵੇਂ ਵਿਸਰਾਮ ਚਿੰਨ੍ਹ, ਜੇ ਇੱਕ ਵੀ ਵਿਸਰਾਮ ਚਿੰਨ੍ਹ ਗਲਤ ਲੱਗ ਗਿਆ ਤਾਂ ਭਾਸ਼ਾ ਦੇ ਅਰਥ ਬਹੁਤ ਵੱਡੇ ਪੱਧਰ 'ਤੇ ਬਦਲ ਜਾਂਦੇ ਆ, ਬਿਲਕੁਲ ਇੱਕ ਦੂਜੇ ਤੋਂ ਵਿਰੋਧੀ ਹੋ ਜਾਂਦੇ ਆ। ਇਸ ਕਰਕੇ ਭਾਸ਼ਾ ਦੇ ਵਿੱਚ ਵਿਸਰਾਮ ਚਿੰਨ੍ਹਾਂ ਦੀ ਬਹੁਤ ਜ਼ਿਆਦਾ ਮਹੱਤਤਾ ਹੁੰਦੀ ਹੈ। ਤੋ ਇਸ ਮਹੱਤਤਾ ਨੂੰ ਸਮਝਦੇ ਹੋਏ ਅਸੀਂ ਅੱਜ ਵਿਸਰਾਮ ਚਿੰਨ੍ਹਾਂ ਬਾਰੇ ਪੜ੍ਹਾਂਗੇ। ਮੈਂ ਇੱਕ ਵਾਰੀ ਫੇਰ ਦੁਹਰਾ ਦਿੰਦਾ ਕਿ ਲਿਖਤੀ ਭਾਸ਼ਾ ਦੇ ਵਿੱਚ ਸ਼ਬਦ ਨੂੰ ਜਾਂ ਵਾਕ ਨੂੰ ਇੱਕ ਦੂਜੇ ਤੋਂ ਨਿਖੇੜਨ ਲਈ, ਭਾਸ਼ਾ ਨੂੰ ਸਰਲ, ਸਪਸ਼ਟ ਅਤੇ ਸਮਝਣਯੋਗ ਬਣਾਉਣ ਲਈ, ਲਿਖਤੀ ਭਾਸ਼ਾ ਵਿੱਚ ਠਹਿਰਾਓ ਦੇਣ ਲਈ, ਦਬਾਅ ਦੇਣ ਲਈ, ਸੁਰ ਨੂੰ ਪ੍ਰਗਟ ਕਰਨ ਲਈ, ਲੈਅ ਨੂੰ ਪ੍ਰਗਟ ਕਰਨ ਲਈ ਜਿਹੜੇ ਸ਼ਬਦ ਵਰਤੇ ਜਾਂਦੇ, ਜਿਹੜੇ ਚਿੰਨ੍ਹ ਵਰਤੇ ਜਾਂਦੇ ਆ, ਉਹਨਾਂ ਚਿੰਨ੍ਹਾਂ ਨੂੰ ਅਸੀਂ ਵਿਸਰਾਮ ਚਿੰਨ੍ਹ ਕਹਿੰਦੇ ਹਾਂ। ਅਤੇ ਇੰਪੋਰਟੈਂਟ ਮਹੱਤਤਾ ਇਹਨਾਂ ਦੀ ਇਹ ਹੈ ਕਿ ਜੇ ਵਿਸਰਾਮ ਚਿੰਨ੍ਹ ਠੀਕ ਨਾ ਲੱਗੇ ਹੋਣ ਤਾਂ ਭਾਸ਼ਾ ਦੇ ਅਰਥ ਬਦਲ ਜਾਂਦੇ ਆ। ਅੱਗੇ ਹੈ ਵਿਸਰਾਮ ਚਿੰਨ੍ਹ ਪੰਜਾਬੀ ਭਾਸ਼ਾ ਦੇ ਵਿੱਚ ਕਿਹੜੇ ਕਿਹੜੇ ਵਰਤੇ ਜਾਂਦੇ, ਕਿੰਨੇ ਆ। ਸਭ ਤੋਂ ਪਹਿਲਾਂ ਆਪਾਂ ਉਹਨਾਂ ਦੀ ਗੱਲ ਕਰਦੇ ਹਾਂ। ਤਾਂ ਸਭ ਤੋਂ ਪਹਿਲਾ ਚਿੰਨ੍ਹ ਸਾਡੇ ਕੋਲ ਵਿਸਰਾਮ ਦਾ ਜਿਹੜਾ ਉਹ ਹੈ ਡੰਡੀ, ਜਾਂ ਅਸੀਂ ਇਹਨੂੰ ਪੂਰਨ ਵਿਸਰਾਮ ਵੀ ਕਹਿੰਦੇ ਹਾਂ। ਇਹ ਕਿਸਮ ਜਿਹੜਾ ਚਿੰਨ੍ਹ ਆ, ਇਹਨੂੰ ਅਸੀਂ ਡੰਡੀ ਜਾਂ ਪੂਰਨ ਵਿਸਰਾਮ ਕਹਿੰਦੇ ਹਾਂ।
ਇਹ ਕਿੱਥੇ ਲੱਗਦਾ, ਇਹਦੀ ਵਰਤੋਂ ਕਿੱਥੇ ਕਿੱਥੇ ਹੁੰਦੀ ਆ, ਇਹ ਆਪਾਂ ਅੱਗੇ ਚੱਲ ਕੇ ਪੜ੍ਹਾਂਗੇ। ਪਰ ਫਿਲਹਾਲ ਇੰਨੀ ਗੱਲ ਕਿ ਡੰਡੀ ਪਹਿਲਾ ਵਿਸਰਾਮ ਚਿੰਨ੍ਹ ਆ ਪੰਜਾਬੀ ਭਾਸ਼ਾ ਦਾ। ਦੂਸਰਾ ਹੈ ਕਾਮਾ, ਆਹ ਵਾਲਾ ਬੱਚਿਓ। ਕਾਮੇ ਵੀ ਸਾਡੀ ਭਾਸ਼ਾ ਦੇ ਵਿੱਚ ਬਹੁਤ ਥਾਵਾਂ 'ਤੇ ਲੱਗੇ ਹੋਏ ਤੁਹਾਨੂੰ ਮਿਲਣਗੇ। ਉਹ ਕਿੱਥੇ ਲਾਏ ਜਾਂਦੇ ਆ, ਕਿਉਂ ਲਾਏ ਜਾਂਦੇ ਆ, ਇਹ ਆਪਾਂ ਅੱਗੇ ਚੱਲ ਕੇ ਪੜ੍ਹਾਂਗੇ। ਤੀਸਰਾ ਵਿਸਰਾਮ ਚਿੰਨ੍ਹ ਸਾਡੇ ਕੋਲ ਹੈ ਪ੍ਰਸ਼ਨ ਚਿੰਨ੍ਹ, ਆਹ ਵਾਲਾ, ਜਿਹਨੂੰ ਸਾਡੇ ਸ਼ੁੱਧ ਭਾਸ਼ਾ ਦੇ ਵਿੱਚ ਕਈ ਵਾਰ ਅਸੀਂ ਕੜਛੀ ਵੀ ਕਹਿ ਦਿੰਦੇ ਆ, ਔਰ ਅੰਗਰੇਜ਼ੀ ਦੇ ਵਿੱਚ ਇਹਨੂੰ ਕੁਐਸਚਨ ਮਾਰਕ ਕਹਿੰਦੇ ਆ। ਇਹ ਆਮ ਤੌਰ 'ਤੇ ਜਿਹੜੇ ਵਾਕਾਂ ਦੇ ਵਿੱਚ ਕੋਈ ਪ੍ਰਸ਼ਨ ਪੁੱਛਿਆ ਜਾਂਦਾ, ਉਹਨਾਂ ਵਾਕਾਂ ਦੇ ਵਿੱਚ ਇਹ ਪ੍ਰਸ਼ਨ ਚਿੰਨ੍ਹ ਲੱਗਾ ਹੋਇਆ ਹੁੰਦਾ। ਚੌਥਾ ਵਿਸਰਾਮ ਚਿੰਨ੍ਹ ਆ ਬੱਚਿਓ ਬਿੰਦੀ, ਬਿੰਦੀ ਕਾਮਾ। ਬਿੰਦੀ ਕਾਮਾ ਕਿ ਕਿਸ ਕਿਸਮ ਦਾ ਹੁੰਦਾ ਕਿ ਉੱਪਰ ਇੱਕ ਬਿੰਦੀ ਅਤੇ ਥੱਲੇ ਉਹਦੇ ਇੱਕ ਕਾਮਾ ਲੱਗਿਆ ਹੋਇਆ ਨਿੱਕਾ ਜਿਹਾ, ਇਹਨੂੰ ਅਸੀਂ ਬਿੰਦੀ ਕਾਮਾ ਕਹਿੰਦੇ ਹਾਂ। ਇਹ ਬਿੰਦੀ ਕਾਮਾ ਕਿੱਥੇ ਵਰਤਿਆ ਜਾਂਦਾ, ਕਿਸ ਸਮੇਂ ਵਰਤਿਆ ਜਾਂਦਾ, ਇਹ ਅਸੀਂ ਅੱਗੇ ਚੱਲ ਕੇ ਗੱਲਬਾਤ ਕਰਾਂਗੇ। ਪੰਜਵਾਂ ਵਿਸਰਾਮ ਚਿੰਨ੍ਹ ਸਾਡੇ ਕੋਲ ਦੁਬਿੰਦੀ, ਜਿਹੜੀਆਂ ਦੋ ਬਰਾਬਰ ਦੋ ਬਿੰਦੀਆਂ ਲਾਉਣੇ ਆ ਅਸੀਂ, ਇਹ ਵਾਲੀਆਂ ਜਿਹੜੀਆਂ ਮੈਂ ਰਾਊਂਡ ਕੀਤੀਆਂ ਹੋਈਆਂ ਬਿੰਦੀਆਂ ਨੇ, ਇਹ ਬਿੰਦੀਆਂ, ਇਹਨੂੰ ਅਸੀਂ ਦੁਬਿੰਦੀ ਕਹਿੰਦੇ ਹਾਂ। ਦੁਬਿੰਦੀ ਦਾ ਮਤਲਬ ਦੋ ਬਿੰਦੀਆਂ। ਪੰਜ ਹੋ ਗਏ। ਤੋਂ ਛੇਵਾਂ ਵਿਸਰਾਮ ਚਿੰਨ੍ਹ ਬੱਚੋ ਸਾਡੇ ਕੋਲ ਹੈ ਵਿਸਮਿਕ ਚਿੰਨ੍ਹ। ਵਿਸਮਿਕ ਚਿੰਨ੍ਹ ਇਹ ਵਾਲਾ, ਇਹ ਕਿੱਥੇ ਲੱਗਦਾ, ਕਦੋਂ ਵਰਤਿਆ ਜਾਂਦਾ, ਇਹ ਆਪਾਂ ਅਗਲੀਆਂ ਸਲਾਈਡਸ ਦੇ ਵਿੱਚ ਪੜ੍ਹਾਂਗੇ। 6 ਹੋ ਗਏ ਬੱਚੋ। ਸੱਤਵਾਂ ਵਿਸਰਾਮ ਚਿੰਨ੍ਹ ਸਾਡਾ ਹੈ ਪੁੱਠੇ ਕਾਮੇ, ਇਹ ਵਾਲੇ ਪੁੱਠੇ ਕਾਮੇ, ਔਰ ਇਹ ਕਿੱਥੇ ਵਰਤਿਆ ਜਾਂਦਾ ਆਪਾਂ ਅੱਗੇ ਚੱਲ ਕੇ ਪੜ੍ਹਾਂਗੇ। 8ਵਾਂ ਵਿਸਰਾਮ ਚਿੰਨ੍ਹ ਹੈ ਬ੍ਰੈਕਟ। ਬ੍ਰੈਕਟ ਦੋ ਤਰ੍ਹਾਂ ਦੀ, ਇੱਕ ਗੋਲ ਵੀ ਹੁੰਦੀ ਹੈ ਅਤੇ ਇੱਕ ਚੌਰਸ ਵੀ ਹੁੰਦੀ ਹੈ, ਪਰ ਜ਼ਿਆਦਾਤਰ ਅਸੀਂ ਗੋਲ ਬ੍ਰੈਕਟ ਦੀ ਵਰਤੋਂ ਕਰਦੇ ਹਾਂ। ਬ੍ਰੈਕਟ ਤੋਂ ਅੱਗੇ ਸਾਡੇ ਕੋਲ ਹੈ ਬਿੰਦੀ, ਇਕੱਲੀ ਬਿੰਦੀ। ਬਿੰਦੀਆਂ ਸਾਡੇ ਕੋਲ ਪੰਜਾਬੀ ਭਾਸ਼ਾ ਦੇ ਵਿੱਚ ਕਈ ਤਰ੍ਹਾਂ ਦੀਆਂ, ਕਈ ਬਿੰਦੀਆਂ ਅੱਖਰਾਂ ਦੇ ਪੈਰਾਂ 'ਚ ਲੱਗਣ ਵਾਲੀਆਂ ਵੀ ਆ, ਕਈ ਬਿੰਦੀਆਂ ਅੱਖਰਾਂ ਦੇ ਉੱਪਰ ਲੱਗਣ ਵਾਲੀਆਂ ਵੀ ਆ, ਅਤੇ ਇਹ ਉਹ ਬਿੰਦੀ ਆ ਜਿਹੜੀ ਨਾ ਕਿਸੇ ਅੱਖਰ ਦੇ ਉੱਪਰ ਲੱਗਦੀ ਆ, ਨਾ ਕਿਸੇ ਅੱਖਰ ਦੇ ਨੀਚੇ ਲੱਗਦੀ ਹੈ, ਸਗੋਂ ਇਹ ਕਿਸੇ ਅੱਖਰ ਦੇ ਅੱਗੇ ਜਾਂ ਪਿੱਛੇ ਲੱਗਦੀ ਹੈ ਵਿਸਰਾਮ ਚਿੰਨ੍ਹ ਦੇ ਤੌਰ 'ਤੇ। ਤਾਂ ਇਹ ਬਿੰਦੀ ਹੈ, ਕਿੱਥੇ ਲੱਗਦੀ ਹੈ ਅਸੀਂ ਅੱਗੇ ਚੱਲ ਕੇ ਪੜ੍ਹਾਂਗੇ। 9ਵਾਂ ਵਿਸਰਾਮ ਚਿੰਨ੍ਹ ਸਾਡੇ ਕੋਲ ਹੈ ਬੱਚੇ ਛੁੱਟ ਮਰੋੜੀ। ਇਹ ਵਾਲਾ ਜਿਹੜਾ ਸਾਈਨ ਆ ਛੁੱਟ ਮਰੋੜੀ, ਇੱਕ ਪੁੱਠਾ ਲੱਗਿਆ ਹੋਇਆ ਸਿੰਗਲ ਕਾਮਾ, ਇਹ ਆਮ ਤੌਰ 'ਤੇ ਅੱਖਰ ਦੇ ਉੱਪਰ ਲੱਗਦਾ, ਬਿਲਕੁਲ ਸਿਰ ਦੇ ਵਿੱਚ। 11ਵਾਂ ਵਿਸਰਾਮ ਚਿੰਨ੍ਹ ਸਾਡੇ ਕੋਲ ਡੈਸ਼, ਇਹ ਵਾਲਾ, ਔਰ 12ਵਾਂ ਵਿਸਰਾਮ ਚਿੰਨ੍ਹ ਦੁਬਿੰਦੀ ਡੈਸ਼। ਦੁਬਿੰਦੀਆਂ ਦੇ ਨਾਲ ਦੁਬਿੰਦੀ ਡੈਸ਼, ਦੁਬਿੰਦੀਆਂ ਦੋ ਬਿੰਦੀਆਂ ਅਤੇ ਨਾਲ ਉਹਦੇ ਡੈਸ਼ ਲੱਗੀ ਹੋਈ। 13ਵਾਂ ਵਿਸਰਾਮ ਚਿੰਨ੍ਹ ਸਾਡੇ ਕੋਲ ਜੋੜਨੀ, ਆਹ ਜਿਹੜਾ ਇਹਨੂੰ ਅਸੀਂ ਹਾਈਫਨ ਕਹਿ ਦਿੰਦੇ ਹਾਂ ਅੰਗਰੇਜ਼ੀ ਦੇ ਵਿੱਚ। ਤੋਂ ਕੁੱਲ ਮਿਲਾ ਕੇ ਪੰਜਾਬੀ ਭਾਸ਼ਾ ਦੇ ਵਿੱਚ ਕੁੱਲ 13 ਵਿਸਰਾਮ ਚਿੰਨ੍ਹਾਂ ਦੀ ਵਰਤੋਂ ਹੁੰਦੀ ਹੈ। ਇੱਕ ਗੱਲ ਤਾਂ ਬੱਚੋ ਚੰਗੀ ਤਰ੍ਹਾਂ ਮੋਟੀ ਗੱਲ ਸਮਝ ਲਵੋ ਕਿ ਪੰਜਾਬੀ ਭਾਸ਼ਾ ਦੇ ਵਿੱਚ ਕੁੱਲ 13 ਵਿਸਰਾਮ ਚਿੰਨ੍ਹ ਵਰਤੇ ਜਾਂਦੇ ਆ। ਇਹ 13 ਵਿਸਰਾਮ ਚਿੰਨ੍ਹ ਕਿੱਥੇ ਕਿੱਥੇ ਵਰਤੇ ਜਾਂਦੇ ਆ, ਕਿਵੇਂ ਕਿਵੇਂ ਵਰਤੇ ਜਾਂਦੇ ਆ, ਉਹ ਆਪਾਂ ਅੱਗੇ ਦੇਖਦੇ ਹਾਂ। ਤਾਂ ਸਭ ਤੋਂ ਪਹਿਲਾ ਵਿਸਰਾਮ ਚਿੰਨ੍ਹ ਅਸੀਂ ਗੱਲ ਕੀਤੀ ਸੀ ਡੰਡੀ ਜਾਂ ਪੂਰਨ ਵਿਸਰਾਮ। ਡੰਡੀ ਹੈ ਜਿਹੜੀ ਉਹ ਠਹਿਰਾਅ ਦਾ ਚਿੰਨ੍ਹ ਆ। ਠਹਿਰਾਅ ਦਾ ਚਿੰਨ੍ਹ ਦਾ ਮਤਲਬ ਕਿ ਜਿੱਥੇ ਜਾ ਕੇ ਅਸੀਂ ਬਿਲਕੁਲ ਰੁਕ ਜਾਣਾ, ਰੁਕਣ ਤੋਂ ਬਾਅਦ ਫਿਰ ਦੁਬਾਰਾ ਬੋਲਣਾ ਸ਼ੁਰੂ ਕਰਨਾ। ਪ੍ਰਸ਼ਨਵਾਚਕ ਦੋ ਤਰ੍ਹਾਂ ਦੇ ਵਾਕ ਛੱਡ ਕੇ, ਪ੍ਰਸ਼ਨਵਾਚਕ ਅਤੇ ਵਿਸਮੈਵਾਚਕ, ਦੋ ਤਰ੍ਹਾਂ ਦੇ ਵਾਕਾਂ ਨੂੰ ਛੱਡ ਕੇ ਬਾਕੀ ਹਰ ਕਿਸਮ ਦੇ ਵਾਕਾਂ ਦੇ ਅੰਤ ਵਿੱਚ ਡੰਡੀ ਲੱਗਦੀ ਹੈ। ਤੁਸੀਂ ਖੁਦ ਵੀ ਦੇਖ ਸਕਦੇ ਹੋ, ਦੇਖੋ ਇਹਦੇ ਮਗਰ ਵੀ ਡੰਡੀ ਲੱਗੀ ਹੋਈ ਆ, ਇਹਦੇ ਮਗਰ ਵੀ ਡੰਡੀ ਲੱਗੀ ਹੋਈ ਹੈ, ਅਤੇ ਅਸੀਂ ਜਿਹੜੀਆਂ ਉਦਾਹਰਣਾਂ ਦਿੱਤੀਆਂ ਇਹਨਾਂ ਦੇ ਪਿੱਛੇ ਵੀ ਡੰਡੀ ਲੱਗੀ ਹੋਈ ਹੈ। ਡੰਡੀ ਦਾ ਮਤਲਬ ਆ ਕਿ ਮੈਂ ਰੁਕ ਜਾਣਾ। ਦੇਖੋ ਮੈਂ ਜੇ ਦੋ ਵਾਕ ਇਕੱਠੇ ਬੋਲਣੇ ਹੋਣ, ਨੀਚੇ ਲਿਖੇ ਹੋਏ ਥੱਲੇ ਲਿਖੇ ਹੋਏ, ਤਾਂ ਮੈਂ ਰੁਕ ਕੇ ਬੋਲੂँਗਾ। ਮਤਲਬ ਕਿਵੇਂ ਬੋਲੂँਗਾ ਮੈਂ, ਹਰਜੀਤ ਸਕੂਲ ਜਾ ਰਿਹਾ ਹੈ, ਰੁਕ ਗਿਆ ਮੈਂ ਕਿਉਂਕਿ ਡੰਡੀ ਲੱਗੀ ਹੋਈ ਹੈ। ਮੈਂ ਅਨੀਤਾ ਬਾਰੇ ਜਾਣਨਾ ਚਾਹੁੰਦਾ ਸੀ, ਰੁਕ ਗਿਆ, ਡੰਡੀ ਲੱਗੀ ਹੋਈ ਹੈ।
ਜੇ ਦੋਨੋਂ ਇਕੱਠੇ ਬੋਲਣੇ ਹੋਣ ਤਾਂ ਰੁਕ ਕੇ ਬੋਲੂੰਗਾ। ਹਰਜੀਤ ਸਕੂਲ ਜਾ ਰਿਹਾ ਹੈ, ਮੈਂ ਅਨੀਤਾ ਬਾਰੇ ਜਾਣਨਾ ਚਾਹੁੰਦੀ ਸੀ। ਦੋਨੋਂ ਅਲੱਗ ਅਲੱਗ ਬੋਲੇ ਮੈਂ, ਆ ਵਿੱਚ ਠਹਿਰਾ ਦੇ ਕੇ। ਡੰਡੀਆਂ ਜਿਹੜੀਆਂ ਹੈਗੀਆਂ ਇਹਨਾਂ ਨੂੰ ਪੂਰਨ ਵਿਸਰਾਮ ਕਿਹਾ ਜਾਂਦਾ, ਜਿੱਥੇ ਜਾ ਕੇ ਅਸੀਂ ਠਹਿਰ ਜਾਣਾ, ਰੁਕ ਜਾਣਾ। ਹਰੇਕ ਵਾਕ ਦੇ ਅੰਤ ਵਿੱਚ ਡੰਡੀ ਲੱਗੀ ਹੁੰਦੀ ਆ, ਸਿਰਫ ਪ੍ਰਸ਼ਨਵਾਚਕ ਵਾਕ ਅਤੇ ਵਿਸਮੇਵਾਚਕ ਵਾਕਾਂ ਨੂੰ ਛੱਡ ਕੇ। ਅਗਲਾ ਵਿਸਰਾਮ ਚਿੰਨ੍ਹ ਸਾਡੇ ਕੋਲ ਕਾਮਾ। ਕਾਮੇ ਦੀ ਵਰਤੋਂ ਵਾਕ ਵਿੱਚ ਥੋੜ੍ਹਾ ਜਿਹਾ ਠਹਿਰਾ ਦੇਣ ਲਈ ਕੀਤੀ ਜਾਂਦੀ ਹੈ। ਥੋੜ੍ਹਾ ਜਿਹਾ ਰੁਕਣਾ ਹੋਵੇ, ਪੂਰਨ ਨਹੀਂ ਰੁਕਣਾ, ਥੋੜ੍ਹਾ ਜਿਹਾ ਰੁਕਣਾ। ਜਿਵੇਂ ਰਾਮ, ਸ਼ਾਮ, ਅਮਿਤ ਅਤੇ ਰਾਜੂ ਸ਼ਹਿਰ ਗਏ। ਪੂਰਨ ਤੌਰ 'ਤੇ ਨਹੀਂ ਰੁਕਣਾ, ਅਸੀਂ ਰਾਮ ਤੋਂ ਬਾਅਦ ਹੀ ਨਹੀਂ ਰੁਕ ਜਾਣਾ, ਕਿਉਂਕਿ ਰਾਮ ਤੋਂ ਬਾਅਦ ਸਾਡੀ ਗੱਲ ਨਿਬੜੀ ਨਹੀਂ। ਇੱਕ ਛੋਟਾ ਜਿਹਾ ਵਿਸਰਾਮ ਦੇਣਾ ਅਸੀਂ, ਅਤੇ ਕਾਮਾ ਲਾਉਣ ਨਾਲ ਜਿਹੜਾ ਹੈਗਾ ਉਹ ਸ਼ਬਦ ਸਾਰੇ ਨਿਖੜ ਜਾਂਦੇ ਆ, ਹੈ ਨਾ। ਕਿ ਰਾਮ, ਸ਼ਾਮ, ਅਮਿਤ ਅਤੇ ਰਾਜੂ ਸ਼ਹਿਰ ਗਏ। ਸ਼ਹਿਰ ਗਏ ਤੋਂ ਬਾਅਦ ਸਾਡਾ ਪੂਰਨ ਵਿਸਰਾਮ ਆਉਂਦਾ। ਆਹ ਪੂਰਨ ਵਿਸਰਾਮ ਨਹੀਂ ਗੇ ਸਾਡੇ ਵਿੱਚ, ਇੱਥੇ ਥੋੜ੍ਹਾ ਥੋੜ੍ਹਾ ਰੁਕਣਾ ਸੀ। ਤਾਂ ਜਿੱਥੇ ਅਸੀਂ ਬਿਲਕੁਲ ਥੋੜ੍ਹਾ ਜਿਹਾ ਰੁਕਣਾ ਹੋਵੇ, ਉੱਥੇ ਅਸੀਂ ਜਿਹੜਾ ਹੈਗਾ ਕਾਮੇ ਦੀ ਵਰਤੋਂ ਕਰਦੇ ਹਾਂ। ਸੌਰੀ, ਥੋੜ੍ਹਾ ਇੰਟਰਪਟ ਹੋ ਰਹੀ ਹੈ ਵਿੱਚ। ਜਿਵੇਂ ਮੈਂ ਦੱਸ ਰਿਹਾ ਸੀ ਕਿ ਅਮਿਤ, ਰਾਮ, ਸ਼ਾਮ, ਅਮਿਤ ਅਤੇ ਰਾਜੂ ਸ਼ਹਿਰ ਗਏ, ਤਾਂ ਇਹ ਥੋੜ੍ਹਾ ਥੋੜ੍ਹਾ ਜਿਹੜਾ ਰੁਕਣ ਵਾਸਤੇ ਵਿਸਰਾਮ ਚਿੰਨ੍ਹ ਲਗਾਏ ਜਾਂਦੇ ਆ। ਹੁਣ ਇਹਦੇ 'ਚ ਇੱਕ ਇੰਪੋਰਟੈਂਟ ਗੱਲ ਹੋਰ ਬੜੀ ਹੈ ਜਿਹੜੀ ਮਹੱਤਵਪੂਰਨ ਆ, ਕਿ ਮੇਰੇ ਕੋਲ ਦੇਖੋ ਥੱਲੇ 2 ਵਾਕ ਨੇ। ਦੋਨਾਂ ਵਾਕਾਂ ਦੇ ਵਿੱਚ ਸਿਰਫ ਇੱਕ ਕੌਮਾ ਗਲਤ ਲੱਗਿਆ। ਇਹ ਕੌਮਾ ਗਲਤ ਲੱਗਣ ਨਾਲ ਵਾਕ ਦੇ ਅਰਥ ਬਦਲ ਜਾਂਦੇ ਆ। ਦੇਖੋ ਪਹਿਲੇ ਵਾਕ 'ਚ ਕੌਮਾ ਲੱਗਿਆ ਹੋਇਆ ਕਿ ਰੋਕੋ ਨਾ ਜਾਣ ਦਿਓ, ਆਹ ਲੱਗਿਆ ਹੋਇਆ ਕੌਮਾ। ਰੋਕੋ ਨਾ ਜਾਣ ਦਿਓ ਭਾਵ ਮੈਂ ਰੋਕਣ ਵਾਸਤੇ ਕਹਿ ਰਿਹਾ, ਮੈਂ ਕਹਿ ਰਿਹਾ ਕਿ ਇਹਨੂੰ ਜਾਣ ਨਾ ਦਿਓ, ਰੋਕ ਲਵੋ। ਲੇਕਿਨ ਅਗਲੇ ਵਾਕ ਦੇ ਵਿੱਚ ਰੋਕੋ ਨਾ, ਜਾਣ ਦਿਓ। ਜੇ ਰੋਕੋ ਨਾ ਤੋਂ ਬਾਅਦ ਕੌਮਾ ਲੱਗ ਗਿਆ ਤਾਂ ਫਿਰ ਜਿਹੜੇ ਅਰਥ ਆ ਇਸ ਵਾਕ ਦੇ ਬਿਲਕੁਲ ਉਲਟ ਹੋ ਗਏ। ਤੋ ਬੱਚਿਓ ਇੱਦਾਂ ਵੀ ਹੁੰਦਾ ਕਿ ਜੇ ਕੌਮਾ ਗਲਤ ਥਾਂ 'ਤੇ ਲੱਗ ਗਿਆ ਅਤੇ ਵਾਕ ਜਿਹੜਾ ਹੈਗਾ ਬਿਲਕੁਲ ਇੱਕ ਦੂਜੇ ਦੇ ਵਿਰੋਧੀ ਹੋ ਗਿਆ। ਦੇਖੋ ਇੱਥੇ ਕੌਮਾ ਸਿਰਫ ਇੱਕ ਸ਼ਬਦ ਦੇ ਫਰਕ ਨਾਲ ਲੱਗਿਆ। ਜੇ ਰੋਕੋ ਤੋਂ ਬਾਅਦ ਲੱਗ ਗਿਆ ਤਾਂ ਜਿਹੜਾ ਹੈਗਾ ਇਹਦਾ ਅਰਥ ਹੋਰ ਆ, ਜੇ ਰੋਕੋ ਨਾ ਤੋਂ ਬਾਅਦ ਲੱਗਿਆ ਤਾਂ ਇਹਦਾ ਅਰਥ ਹੋਰ ਆ। ਸੋ ਇੱਕ ਕੌਮੇ ਦੇ ਬਦਲਣ ਨਾਲ ਵਾਕ ਦੇ ਅਰਥ ਆ ਜਿਹੜੇ ਉਹ ਬਦਲ ਜਾਂਦੇ ਆ। ਅਗਲਾ ਸਾਡਾ ਵਿਸਰਾਮ ਚਿੰਨ੍ਹ ਆ ਪ੍ਰਸ਼ਨ ਚਿੰਨ੍ਹ। ਪ੍ਰਸ਼ਨ ਚਿੰਨ੍ਹ ਨੂੰ ਅੰਗਰੇਜ਼ੀ ਦੇ ਵਿੱਚ ਕੁਐਸਚਨ ਮਾਰਕ ਕਹਿੰਦੇ ਆ, ਅਤੇ ਜਿਸ ਵਾਕ ਵਿੱਚ ਪ੍ਰਸ਼ਨ ਪੁੱਛਿਆ ਜਾਵੇ ਉਸ ਵਾਕ ਦੇ ਅੰਤ ਵਿੱਚ ਪ੍ਰਸ਼ਨ ਚਿੰਨ੍ਹ ਲੱਗਦਾ। ਜਿਸ ਵਾਕ ਵਿੱਚ ਪ੍ਰਸ਼ਨ ਪੁੱਛਿਆ ਜਾਵੇ, ਜਿੰਨੇ ਵੀ ਵਾਕਾਂ ਦੇ ਵਿੱਚ ਪ੍ਰਸ਼ਨ ਪੁੱਛਿਆ ਜਾਂਦਾ ਉਹਨਾਂ ਵਾਕਾਂ ਦੇ ਅੰਤ ਵਿੱਚ ਪ੍ਰਸ਼ਨ ਚਿੰਨ੍ਹ ਲੱਗ ਜਾਂਦਾ। ਜਿਵੇਂ ਉਹ ਕਿੱਥੇ ਜਾ ਰਹੇ ਹਨ, ਤਾਂ ਆਹ ਇੱਕ ਕੁਐਸਚਨ ਮਾਰਕ ਲੱਗਿਆ ਹੋਇਆ ਇਹਦੇ ਅੰਤ ਵਿੱਚ। ਭਾਰਤ ਕਦੋਂ ਆਜ਼ਾਦ ਹੋਇਆ, ਇਹਦੇ ਵਿੱਚ ਵੀ ਪ੍ਰਸ਼ਨ ਪੁੱਛਿਆ ਗਿਆ ਅਤੇ ਇਹ ਅੰਤ ਵਿੱਚ ਕੁਐਸਚਨ ਮਾਰਕ ਪ੍ਰਸ਼ਨ ਚਿੰਨ੍ਹ ਲੱਗਿਆ ਹੋਇਆ। ਇਹ ਸੌਖਾ ਵਿਸਰਾਮ ਚਿੰਨ੍ਹ ਹੈ। ਇਹ ਉਹਨਾਂ ਵਾਕਾਂ ਦੇ ਅੰਤ ਵਿੱਚ ਹੀ ਲੱਗਦਾ ਜਿਹੜੇ ਵਾਕਾਂ ਦੇ ਵਿੱਚ ਕੋਈ ਨਾ ਕੋਈ ਪ੍ਰਸ਼ਨ ਪੁੱਛਿਆ ਜਾਂਦਾ। ਅਗਲਾ ਵਿਸਰਾਮ ਚਿੰਨ੍ਹ ਸਾਡੇ ਕੋਲ ਬਿੰਦੀ ਕਾਮਾ। ਬਿੰਦੀ ਕਾਮਾ ਬੱਚਿਓ ਕਿੱਥੇ ਲੱਗਦਾ ਕਿ ਜਦੋਂ ਡੰਡੀ ਨਾਲੋਂ ਘੱਟ ਅਤੇ ਕਾਮੇ ਨਾਲੋਂ ਵੱਧ ਵਿਸਰਾਮ ਦੇਣਾ ਹੋਵੇ, ਠਹਿਰਾ ਦੇਣਾ ਹੋਵੇ, ਉਦੋਂ ਬਿੰਦੀ ਕਾਮਾ ਦੀ ਵਰਤੋਂ ਕੀਤੀ ਜਾਂਦੀ। ਦੇਖੋ ਨਾ ਹੀ ਤਾਂ ਪੂਰਨ ਤੌਰ 'ਤੇ ਰੁਕਣਾ, ਨਾ ਹੀ ਕੌਮੇ ਜਿੰਨਾ ਰੁਕਣਾ, ਉਦੋਂ ਥੋੜ੍ਹਾ ਜਿਹਾ ਵੱਧ ਰੁਕਣਾ। ਕਿਵੇਂ ਰੁਕਣਾ ਦੇਖੋ, ਇੱਕ ਅਸੀਂ ਉਦਾਹਰਣ ਲੈਂਦੇ ਹਾਂ। ਇਹਦੀ ਵਰਤੋਂ ਪੰਜਾਬੀ 'ਚ ਵੈਸੇ ਬਹੁਤ ਘੱਟ ਹੁੰਦੀ ਆ, ਬਹੁਤ ਹੀ ਕਿਤੇ ਕਿਤੇ ਸਾਨੂੰ ਇਹ ਮਿਲਦਾ। ਅਸੀਂ ਇੱਕ ਵਾਕ ਲੈਂਦੇ ਹਾਂ, ਤੁਹਾਨੂੰ ਸਖਤ ਮਿਹਨਤ ਕਰਨੀ ਚਾਹੀਦੀ ਹੈ ਤਾਂ ਹੀ ਤੁਸੀਂ ਪਾਸ ਹੋ ਸਕੋਗੇ। ਮੈਂ ਰੁਕਿਆ ਲੇਕਿਨ ਮੈਂ ਆਪਣੀ ਗੱਲ ਵੀ ਖ਼ਤਮ ਨਹੀਂ ਕੀਤੀ, ਆਪਣਾ ਸੈਂਟੈਂਸ ਵੀ ਖ਼ਤਮ ਨਹੀਂ ਕੀਤਾ ਗਾ। ਭਾਵ ਕਿ ਨਾ ਹੀ ਤਾਂ ਮੈਂ ਡੰਡੀ ਜਿੰਨਾ ਰੁਕਿਆ ਔਰ ਨਾ ਹੀ ਮੈਂ ਕੌਮੇ ਜਿੰਨਾ ਰੁਕਿਆ। ਕੌਮੇ ਤੋਂ ਥੋੜ੍ਹਾ ਜਿਹਾ ਵੱਧ ਰੁਕਿਆ, ਡੰਡੀ ਤੋਂ ਥੋੜ੍ਹਾ ਜਿਹਾ ਘੱਟ ਰੁਕਿਆ। ਤੋ ਜਿੱਥੇ ਇਹ ਵਿੱਚ ਵਿਚਾਲਾ ਹੁੰਦਾ ਉੱਥੇ ਇਹ ਬਿੰਦੀ ਕਾਮਾ ਵਿਸਰਾਮ ਚਿੰਨ੍ਹ। ਮੈਂ ਵਾਕ ਦੁਬਾਰੇ ਬੋਲਦਾ ਕਿ ਕਿੰਨਾ ਕੁ ਰੁਕਣਾ ਹੁੰਦਾ। ਤੁਹਾਨੂੰ ਸਖਤ ਮਿਹਨਤ ਕਰਨੀ ਚਾਹੀਦੀ ਹੈ ਤਾਂ ਹੀ ਤੁਸੀਂ ਪਾਸ ਹੋ ਸਕੋਗੇ।
ਇੰਨੇ ਕੁ ਠਹਿਰਾਅ ਵਾਸਤੇ ਅਸੀਂ ਬਿੰਦੀ ਕੌਮਾ ਵਿਸਰਾਮ ਚਿੰਨ੍ਹ ਦੀ ਵਰਤੋਂ ਕਰਦੇ ਹਾਂ। ਅਗਲਾ ਵਿਸਰਾਮ ਚਿੰਨ੍ਹ ਸਾਡਾ ਹੈ ਦੁਬਿੰਦੀ। ਦੁਬਿੰਦੀ ਜਦੋਂ ਕਿਸੇ ਸ਼ਬਦ ਦੇ ਸਾਰੇ ਅੱਖਰ ਨਾ ਲਿਖੇ ਜਾਣ ਤਾਂ ਦੁਬਿੰਦੀ ਦੀ ਵਰਤੋਂ ਹੁੰਦੀ ਹੈ। ਆਮ ਤੌਰ 'ਤੇ ਅਸੀਂ ਬੱਚੋ ਇਹ ਬਹੁਤ ਵਰਤੋਂ ਕਰਦੇ ਹਾਂ ਇਹਦੀ ਪੰਜਾਬੀ ਦੇ ਵਿੱਚ ਦੁਬਿੰਦੀ ਦੀ। ਹਰ ਰੋਜ਼ ਵਾਂਗੂ ਇਹਦੀ ਵਰਤੋਂ ਅਸੀਂ ਲਿਖਣ ਵੇਲੇ ਕਰਦੇ ਹਾਂ। ਤੁਸੀਂ ਜਦੋਂ ਅਗਲੀ ਉਦਾਹਰਣ ਦੇਖੋਗੇ ਤੁਹਾਨੂੰ ਇਹ ਗੱਲ ਸਮਝ ਲੱਗ ਜਾਊਗੀ ਕਿ ਅਸੀਂ ਦੁਬਿੰਦੀ ਦੀ ਵਰਤੋਂ ਕਿੱਥੇ ਕਿੱਥੇ ਕਰਦੇ ਹਾਂ। ਦੇਖੋ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਿਖਣ ਵੇਲੇ ਅਸੀਂ ਨਾ ਹੀ ਤਾਂ ਸਰਕਾਰੀ ਪੂਰਾ ਲਿਖਦੇ ਹਾਂ, ਨਾ ਹੀ ਸੀਨੀਅਰ ਪੂਰਾ ਲਿਖਦੇ ਹਾਂ, ਨਾ ਹੀ ਸੈਕੰਡਰੀ ਪੂਰਾ ਲਿਖਦੇ ਹਾਂ, ਨਾ ਹੀ ਸਕੂਲ ਪੂਰਾ ਲਿਖਦੇ ਹਾਂ। ਅਸੀਂ ਸਾਰੇ ਅੱਖਰ ਨਹੀਂ ਲਿਖਦੇ, ਇਹਨਾਂ ਸ਼ਬਦਾਂ ਦਾ ਸਿਰਫ ਮੂਹਰਲਾ ਇੱਕ ਇੱਕ ਸ਼ਬਦ ਅਤੇ ਉਹਦੀ ਮਾਤਰਾ ਲਿਖਦੇ ਹਾਂ ਅਤੇ ਉਹਦੇ ਨਾਲ ਦੋ ਬਿੰਦੀਆਂ ਲਾ ਦਿੰਦੇ ਹਾਂ। ਦੇਖੋ, ਦੋ ਬਿੰਦੀਆਂ ਲੱਗੀਆਂ ਹੋਈਆਂ। ਕੱਲਾ ਸੱਸਾ ਦਾ ਮਤਲਬ ਸਰਕਾਰੀ, ਸੱਸੇ ਨੂੰ ਬਿਹਾਰੀ ਦੋ ਬਿੰਦੀਆਂ ਦਾ ਮਤਲਬ ਸੀਨੀਅਰ, ਸੱਸੇ ਨੂੰ ਦੁਲਾਈਆਂ ਦੋ ਬਿੰਦੀਆਂ ਦਾ ਮਤਲਬ ਸੈਕੰਡਰੀ ਅਤੇ ਕੱਲਾ ਸੱਸਾ ਦੋ ਬਿੰਦੀਆਂ ਦਾ ਮਤਲਬ ਸਕੂਲ। ਸੋ ਇਉਂ ਅਸੀਂ ਜਦੋਂ ਕਿਸੇ ਸ਼ਬਦ ਨੂੰ ਪੂਰਾ ਨਹੀਂ ਲਿਖਦੇ, ਉਹਦਾ ਸਿਰਫ ਇੱਕ ਅੱਖਰ ਲਿਖਦੇ ਹਾਂ ਅਤੇ ਉਹਦੇ ਮੂਹਰੇ ਦੋ ਬਿੰਦੀਆਂ ਲਾ ਦਿੰਦੇ ਹਾਂ। ਇਹ ਉਦੋਂ ਇਸ ਵਿਸਰਾਮ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ। ਤਾਂ ਇਹ ਜਿਹੜਾ ਵਿਸਰਾਮ ਚਿੰਨ੍ਹ ਮੈਂ ਕਹਿ ਰਿਹਾ ਸੀ ਕਿ ਅਸੀਂ ਇਹਦੀ ਬਹੁਤ ਵਰਤੋਂ ਕਰਦੇ ਹਾਂ। ਬੱਚੋ, ਤੁਸੀਂ ਅਕਸਰ ਜਦੋਂ ਸਕੂਲ ਲਈ ਕੋਈ ਛੁੱਟੀ ਲਈ ਕੋਈ ਅਰਜ਼ੀ ਲਿਖਦੇ ਹੋ ਤਾਂ ਉਹਦੇ 'ਚ ਤੁਸੀਂ ਸਕੂਲ ਦਾ ਪੂਰਾ ਨਾਂ ਲਿਖਣ ਦੀ ਬਜਾਏ ਸੱਸਾ 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 ਸਕੂਲ ਲਿਖ ਦਿੰਦੇ ਹੋ, ਜਾਂ ਸੱਸਾ ਹਾਹਾ ਸੱਸਾ ਸਕੂਲ ਲਿਖ ਦਿੰਦੇ ਹੋ, ਜਾਂ ਸੱਸਾ ਮੰਮੇ ਨੂੰ ਸਿਹਾਰੀ ਸੱਸਾ ਸਕੂਲ ਲਿਖ ਦਿੰਦੇ ਹੋ। ਤਾਂ ਉਹ ਦੋ ਬਿੰਦੀਆਂ ਪਾ ਪਾ ਕੇ ਲਿਖਣਾ ਹੁੰਦਾ। ਬਹੁਤ ਸਾਰੇ ਬੱਚੇ ਗਲਤੀ ਵੀ ਕਰਦੇ ਇਹਦੇ ਵਿੱਚ ਕਿ ਉਹ ਇਕੱਲੇ ਸੱਸੇ ਜਾਂ ਇਕੱਲਾ ਸੱਸਾ ਹਾਹਾ ਸੱਸਾ ਜਾਂ ਇਕੱਲੇ ਸੱਸਾ ਮੰਮਾ ਸੱਸਾ ਲਿਖ ਦਿੰਦੇ ਆ। ਉਹ ਗਲਤ ਆ ਬੱਚਿਓ। ਸਾਡੇ ਵਿਸਰਾਮ ਚਿੰਨ੍ਹਾਂ ਦੇ ਨਿਯਮ ਇਹ ਕਹਿੰਦੇ ਆ ਕਿ ਜੇ ਅਸੀਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਿਖਣਾ ਤਾਂ ਸਾਨੂੰ ਇਸ ਤਰ੍ਹਾਂ ਲਿਖਣਾ ਚਾਹੀਦਾ, ਇਸ ਤਰ੍ਹਾਂ ਇਹ ਸਹੀ ਮੰਨਿਆ ਜਾਊਗਾ। ਇਹ ਸਾਡਾ ਵਿਸਰਾਮ ਚਿੰਨ੍ਹ ਹੈ ਦੁਬਿੰਦੀ। ਇਸ ਤੋਂ ਅਗਲਾ ਵਿਸਰਾਮ ਚਿੰਨ੍ਹ ਸਾਡੇ ਕੋਲ ਹੈ ਵਿਸਮਿਕ ਚਿੰਨ੍ਹ। ਜਿਸ ਵਾਕ ਜਾਂ ਸ਼ਬਦ ਵਿੱਚ ਮਨ ਦੀ ਖੁਸ਼ੀ, ਗਮੀ, ਹੈਰਾਨੀ ਪ੍ਰਗਟ ਕੀਤੀ ਜਾਵੇ, ਉਸ ਵਾਕ ਜਾਂ ਸ਼ਬਦ ਦੇ ਪਿੱਛੇ ਵਿਸਮਿਕ ਚਿੰਨ੍ਹ ਦੀ ਵਰਤੋਂ ਹੁੰਦੀ ਹੈ। ਜਿੱਥੇ ਕੋਈ ਮਨ ਦੀ ਖੁਸ਼ੀ ਪ੍ਰਗਟ ਕਰਨੀ ਆ, ਕੋਈ ਹੈਰਾਨੀ ਪ੍ਰਗਟ ਕਰਨੀ ਆ, ਕੋਈ ਦੁੱਖ ਪ੍ਰਗਟ ਕਰਨਾ, ਉੱਥੇ ਉਹ ਕੋਈ ਸ਼ਬਦ ਵੀ ਹੋ ਸਕਦਾ ਇਕੱਲਾ, ਉਹ ਕੋਈ ਪੂਰਾ ਵਾਕ ਵੀ ਹੋ ਸਕਦਾ। ਜੇ ਉਹ ਇਕੱਲਾ ਸ਼ਬਦ ਆ ਤਾਂ ਸ਼ਬਦ ਦੇ ਪਿੱਛੇ, ਜੇ ਉਹ ਪੂਰਾ ਵਾਕ ਆ ਤਾਂ ਵਾਕ ਦੇ ਪਿੱਛੇ ਵਿਸਮਿਕ ਚਿੰਨ੍ਹ ਲੱਗੇਗਾ। ਜਿਵੇਂ ਦੇਖੋ, ਵਾਹ, ਮੈਂ ਇਸ ਗੱਲ 'ਤੇ ਵੀ ਹੈਰਾਨ ਹੋ ਰਿਹਾ। ਵਾਹ ਸ਼ਬਦ ਬੋਲ ਕੇ ਵੀ ਮੈਂ ਹੈਰਾਨ ਹੋ ਰਿਹਾ, ਇਸ ਕਰਕੇ ਵਾਹ ਤੋਂ ਬਾਅਦ ਵੀ ਆ ਲਾਤਾ ਵਿਸਮਿਕ ਚਿੰਨ੍ਹ। ਕਿੰਨਾ ਸੁੰਦਰ ਫੁੱਲ ਹੈ, ਮੈਂ ਇਸ ਗੱਲ 'ਤੇ ਵੀ ਹੈਰਾਨ ਹੋ ਰਿਹਾ, ਇਸ ਕਰਕੇ ਇੱਥੇ ਵੀ ਅਸੀਂ ਵਿਸਮਿਕ ਚਿੰਨ੍ਹ ਲਾਤਾ। ਅਤੇ ਇਹਨੂੰ ਬੋਲਿਆ ਵੀ ਕਿਵੇਂ ਜਾਊਗਾ? ਵਾਹ ਕਿੰਨਾ ਸੁੰਦਰ ਫੁੱਲ ਹੈ। ਮਤਲਬ ਕੀ ਆ ਕਿ ਇਹਦੇ ਵਿੱਚ ਹੈਰਾਨੀ ਪ੍ਰਗਟ ਹੋ ਰਹੀ ਹੈ। ਹੈਰਾਨੀ ਪ੍ਰਗਟ ਕਰਨ ਵਾਸਤੇ ਵਿਸਮਿਕ ਚਿੰਨ੍ਹ ਲਾਤਾ। ਇਸੇ ਤਰ੍ਹਾਂ ਹੀ ਇੱਕ ਹੋਰ ਵਾਕ ਅਸੀਂ ਲੈ ਲੈਂਦੇ ਹਾਂ, ਕਾਸ਼ ਮੈਂ ਡਾਕਟਰ ਹੁੰਦਾ। ਮੈਂ ਇਸ ਗੱਲ ਦੇ ਵਿੱਚ ਵੀ ਦੁੱਖ ਝਲਕ ਰਿਹਾ ਔਰ ਇਸ ਪੂਰੇ ਵਾਕ 'ਚ ਵੀ ਦੁੱਖ ਝਲਕ ਰਿਹਾ, ਇਸ ਕਰਕੇ ਮੈਨੂੰ ਮੇਰੇ ਡਾਕਟਰ ਨਾ ਹੋਣ ਦੀ ਗਮੀ ਆ, ਦੁੱਖ ਆ। ਦੁੱਖ ਨੂੰ ਪ੍ਰਗਟ ਕਰਨ ਵਾਸਤੇ ਜਿਹੜਾ ਹੈਗਾ ਇਹ ਵਿਸਮਿਕ ਚਿੰਨ੍ਹ ਲਾਏ ਜਾਂਦੇ ਆ। ਅਤੇ ਇਹਨੂੰ ਬੋਲਿਆ ਵੀ ਉਸੇ ਲਹਿਜ਼ੇ ਦੇ ਵਿੱਚ ਜਾਂਦਾ, ਜਿਵੇਂ ਕਾਸ਼ ਮੈਂ ਡਾਕਟਰ ਹੁੰਦਾ ਔਰ ਹੈਰਾਨੀ ਵਾਲਾ ਵਾਹ ਕਿੰਨਾ ਸੁੰਦਰ ਫੁੱਲ ਹੈ। ਇਸ ਤਰ੍ਹਾਂ ਇਹ ਵਾਕ ਆ ਜਿਹੜੇ ਇਹ ਬੋਲੇ ਜਾਂਦੇ ਆ। ਅਗਲਾ ਵਿਸਰਾਮ ਚਿੰਨ੍ਹ ਸਾਡੇ ਕੋਲ ਪਿਆਰੇ ਬੱਚਿਓ ਹੈ ਪੁੱਠੇ ਕਾਮੇ। ਪੁੱਠੇ ਕਾਮਿਆਂ ਦੀ ਵਰਤੋਂ ਕਿੱਥੇ ਹੁੰਦੀ ਹੈ? ਜਦੋਂ ਕਿਸੇ ਦੇ ਕਹੇ ਗਏ ਸ਼ਬਦਾਂ ਨੂੰ ਹੂ ਬਹੂ ਲਿਖਿਆ ਜਾਂਦਾ ਹੈ ਤਾਂ ਇਹ ਪੁੱਠੇ ਕਾਮਿਆਂ ਵਿੱਚ ਲਿਖੇ ਜਾਂਦੇ ਆ। ਜਦੋਂ ਕਿਸੇ ਦੇ ਕਹੇ ਹੋਏ ਸ਼ਬਦ ਹੂ ਬਹੂ ਲਿਖਣੇ ਹੋਣ, ਅਸੀਂ ਜਿਵੇਂ ਅਗਲੇ ਨੇ ਬੋਲਿਆ ਉਵੇਂ ਹੀ ਅਸੀਂ ਲਿਖਣਾ ਹੋਵੇ ਤਾਂ ਇਹ ਪੁੱਠੇ ਕਾਮਿਆਂ 'ਚ ਲਿਖਿਆ ਜਾਂਦਾ। ਜਿਵੇਂ ਮਗਰਮੱਛ ਨੇ ਬਾਂਦਰ ਨੂੰ ਕਿਹਾ। ਹੁਣ ਜੋ ਮਗਰਮੱਛ ਨੇ ਬਾਂਦਰ ਨੂੰ ਕਿਹਾ ਸੀ ਉਹ ਅਸੀਂ ਇੱਥੋਂ ਸ਼ੁਰੂ ਕਰਕੇ ਪੁੱਠੇ ਕਾਮੇ ਇੱਥੋਂ ਤੱਕ ਸਾਰਾ ਪੁੱਠੇ ਕਾਮਿਆਂ 'ਚ ਲਿਖਣਾ। ਜੋ ਵੀ ਉਹ ਬੋਲਿਆ ਸੀਗਾ, ਹੈ ਨਾ, ਜਿਵੇਂ ਉਹ ਬੋਲਿਆ ਸੀ। ਉਹ ਕਿਵੇਂ ਬੋਲਿਆ ਸੀ ਕਿ ਵਾਹ ਭਾਈ, ਭਰਜਾਈ ਨਾਲੋਂ ਕੋਈ ਦਿਲ ਚੰਗਾ ਸੀ, ਪਰ ਮੈਂ ਤਾਂ ਜਾਮਣ 'ਤੇ ਛੱਡ ਆਇਆ, ਹੁਣ ਕੀ ਬਣੂ? ਫਿਰ ਕੌਮੇ ਬੰਦ।
ਇੰਨਾ ਸੈਂਟੈਂਸ ਜਿਵੇਂ ਬਾਂਦਰ ਨੇ ਬੋਲਿਆ ਸੀ ਉਵੇਂ ਅਸੀਂ ਲਿਖਤਾ। ਤੋ ਕਿਸੇ ਦੇ ਕਹੇ ਗਏ ਸ਼ਬਦਾਂ ਨੂੰ ਹੂ-ਬ-ਹੂ ਲਿਖਣ ਵਾਸਤੇ ਪੁੱਠੇ ਕੌਮਿਆਂ ਦੀ ਵਰਤੋਂ ਕੀਤੀ ਜਾਂਦੀ ਹੈ, ਉਹ ਪੁੱਠੇ ਕੌਮਿਆਂ ਦੇ ਵਿੱਚ ਲਿਖਿਆ ਜਾਂਦਾ। ਅਗਲਾ ਵਿਸ਼ਰਾਮ ਚਿੰਨ੍ਹ ਹੈ ਸਾਡੇ ਕੋਲੇ ਬ੍ਰੈਕਟ। ਕਿਸੇ ਵਾਕ ਜਾਂ ਸ਼ਬਦ ਦੇ ਅਰਥ ਨੂੰ ਹੋਰ ਸਪਸ਼ਟ ਕਰਨ ਵਾਸਤੇ ਬ੍ਰੈਕਟ ਦੀ ਵਰਤੋਂ ਕੀਤੀ ਜਾਂਦੀ ਹੈ, ਹੋਰ ਸਪਸ਼ਟ ਕਰਨ ਵਾਸਤੇ। ਜਿਵੇਂ ਗੀਤਾ, ਹਰ ਸਮੇਂ, ਸਿਆਣਪ। ਅਤੇ ਸਿਆਣਪ ਜੇ ਸਾਨੂੰ ਲੱਗਦਾ ਵੀ ਸਿਆਣਪ ਸਮਝ ਨਹੀਂ ਲੱਗ ਸਕਦੀ ਤਾਂ ਅਸੀਂ ਸਿਆਣਪ ਨੂੰ ਹੋਰ ਸਪਸ਼ਟ ਕਰਨ ਵਾਸਤੇ ਬ੍ਰੈਕਟ ਦੇ ਵਿੱਚ ਲਿਖਤਾ ਅਕਲ। ਅਕਲ ਦਾ ਅਤੇ ਸਿਆਣਪ ਦਾ ਇੱਕੋ ਹੀ ਅਰਥ ਆ। ਅਸੀਂ ਅਕਲ ਬ੍ਰੈਕਟ 'ਚ ਸਿਰਫ ਇਸ ਕਰਕੇ ਲਿਖਿਆ ਕਿ ਸਾਡਾ ਸਿਆਣਪ ਆ ਜਿਹੜੀ, ਇਹਦਾ ਕੀ ਭਾਵ ਹੈ ਇਹ ਬੱਚਿਆਂ ਨੂੰ ਚੰਗੀ ਤਰ੍ਹਾਂ ਸਮਝ ਲੱਗ ਜੇ, ਹੈ ਨਾ। ਗੀਤਾ ਹਰ ਸਮੇਂ ਸਿਆਣਪ, ਬ੍ਰੈਕਟ 'ਚ ਲਿਖਤਾ ਅਕਲ। ਸਿਆਣਪ ਦਾ ਮਤਲਬ ਅਕਲ, ਅਸੀਂ ਸਿਆਣਪ ਨੂੰ ਹੋਰ ਸਪਸ਼ਟ ਕਰਨ ਵਾਸਤੇ ਅਕਲ ਲਿਖਿਆ। ਗੀਤਾ ਹਰ ਸਮੇਂ ਸਿਆਣਪ ਤੋਂ ਕੰਮ ਲੈਂਦੀ ਹੈ। ਸੋ ਇਸ ਇੱਦਾਂ ਬ੍ਰੈਕਟ ਦੀ ਵਰਤੋਂ ਕੀਤੀ ਜਾਂਦੀ ਆ। ਅਗਲਾ ਸਾਡਾ ਜਿਹੜਾ ਵਿਸਰਾਮ ਚਿੰਨ੍ਹ ਹੈ ਉਹ ਹੈ ਬਿੰਦੀ। ਇਸ ਦੀ ਵਰਤੋਂ ਅੰਕਾਂ ਦੇ ਪਿੱਛੇ, ਜਦੋਂ ਅਸੀਂ ਜਿਵੇਂ 1 2 3 4 5 ਲਿਖਦੇ ਹਾਂ ਉਦੋਂ ਕੀਤੀ ਜਾਂਦੀ ਹੈ, ਜਾਂ ਸੰਖੇਪ ਵਿੱਚ ਲਿਖਣੀਆਂ ਡਿਗਰੀਆਂ ਖਿਤਾਬਾਂ ਦੇ ਪਿੱਛੇ, ਜਦੋਂ ਅਸੀਂ ਕੋਈ ਡਿਗਰੀਆਂ ਲਿਖਦੇ ਹਾਂ, ਖਿਤਾਬ ਲਿਖਦੇ ਹਾਂ, ਅੰਕ ਲਿਖਦੇ ਹਾਂ, ਉਦੋਂ ਇਹ ਬਿੰਦੀ ਲਾਈ ਜਾਂਦੀ ਹੈ ਇਹਨਾਂ ਦੇ ਨਾਲ। ਜਿਵੇਂ ਦੇਖੋ MA, MA ਅਸੀਂ ਡਿਗਰੀ ਹੈ ਇੱਕ, MA ਲਿਖੀ ਅਤੇ ਆਹ ਦੇਖੋ ਇੱਕ ਬਿੰਦੀ ਆਹ ਲੱਗ ਗਈ, ਇੱਕ ਬਿੰਦੀ ਆਹ ਲੱਗ ਗਈ। ਇਹ ਇਉਂ ਬਿੰਦੀਆਂ ਲਾ ਕੇ ਇਹ ਜਿਹੜੇ ਹੈਗੇ ਆ ਡਿਗਰੀਆਂ, ਖਿਤਾਬ ਜਾਂ ਅੰਕ, ਜਿਵੇਂ ਅੰਕ ਵੀ ਅਸੀਂ ਲਿਖਦੇ ਹਾਂ ਬੱਚੋ 1, ਹੈ ਨਾ, ਇਹਦੇ ਪਿੱਛੇ ਬਿੰਦੀ ਲਾ ਦਿੰਦੇ ਹਾਂ, ਫਿਰ 2, ਇੱਦਾਂ ਅਸੀਂ ਬਹੁਤ ਸਾਰੇ ਪਿੱਛੇ ਵੀ ਅਸੀਂ ਸਲਾਈਡ ਦੇ ਵਿੱਚ ਵੀ ਇੱਦਾਂ ਸਾਡੇ ਅੰਕ ਲਿਖੇ ਹੋਏ ਸੀਗੇ, ਜਿੱਥੇ ਅਸੀਂ ਜਿਹੜੀਆਂ ਸਲਾਈਡਾਂ ਦੇ ਵਿੱਚ ਅਸੀਂ ਪੰਜਾਬੀ ਦੇ ਵਿਸਰਾਮ ਚਿੰਨ੍ਹਾਂ ਬਾਰੇ ਪੜ੍ਹ ਰਹੇ ਸੀ ਕਿ ਕਿੰਨੇ ਆ ਪੰਜਾਬੀ ਦੇ ਵਿੱਚ, ਉਹਦੇ ਜਿਹੜਾ ਸਾਰਾ 1 2 3 4 5 ਲਿਖੇ ਸੀ, 1 ਤੋਂ ਬਾਅਦ ਬਿੰਦੀ, ਫਿਰ 2 ਤੋਂ ਬਾਅਦ ਬਿੰਦੀ, ਫਿਰ 3 ਤੋਂ ਬਾਅਦ ਬਿੰਦੀ। ਇਸੇ ਤਰ੍ਹਾਂ ਜਿਵੇਂ ਆ PhD ਲਿਖਿਆ ਹੋਇਆ, PhD ਵੀ ਬੱਚੋ ਇੱਕ ਡਿਗਰੀ ਆ, ਅਤੇ ਇਹ ਵੀ ਅਸੀਂ ਜਦੋਂ ਲਿਖਦੇ ਹਾਂ ਤਾਂ ਇਹਦੇ ਨਾਲ ਅਸੀਂ ਸਿੰਗਲ ਇੱਕ ਬਿੰਦੀ ਲਾ ਦਿੰਦੇ ਹਾਂ। ਤਾਂ ਇਹ ਸਾਡਾ ਵਿਸਰਾਮ ਚਿੰਨ੍ਹ ਹੈ ਬਿੰਦੀ। ਅਗਲਾ ਵਿਸਰਾਮ ਚਿੰਨ੍ਹ ਸਾਡੇ ਕੋਲ ਹੈ ਛੁੱਟ ਮਰੋੜੀ। ਆਹ ਵਾਲਾ, ਇਹ ਬੜਾ ਔਖਾ ਜਿਹਾ ਵਿਸਰਾਮ ਚਿੰਨ੍ਹ ਆ। ਤਾਂ ਬੱਚੋ ਕੀ ਹੁੰਦਾ ਕਿ ਕਈ ਵਾਰੀ ਨਾ ਅਸੀਂ ਬੋਲ ਚਾਲ ਦੀ ਭਾਸ਼ਾ ਦੇ ਵਿੱਚ ਪੂਰਾ ਸ਼ਬਦ ਨਹੀਂ ਬੋਲਦੇ ਗੇ, ਉਹ ਅੱਧਾ ਕੁ ਸ਼ਬਦ ਹੀ ਬੋਲਦੇ, ਉਹਦੇ ਵਿੱਚੋਂ ਬਹੁਤ ਸਾਰੇ ਅੱਖਰ ਆ ਜਿਹੜੇ ਉਹ ਮਿਸ ਕਰ ਦਿੰਦੇ ਆ। ਤਾਂ ਮਿਸ ਕੀਤੇ ਹੋਏ, ਛੱਡੇ ਹੋਏ ਅੱਖਰਾਂ ਦੀ ਥਾਂ 'ਤੇ ਛੁੱਟ ਮਰੋੜੀ ਲਾਈ ਜਾਂਦੀ। ਜਿਹੜਾ ਅੱਖਰ ਛੱਡ ਦਿੰਦੇ ਆ ਨਾ ਉਹਦੀ ਥਾਂ 'ਤੇ ਛੁੱਟ ਮਰੋੜੀ ਪਾਈ ਜਾਂਦੀ ਹੈ। ਅਸੀਂ ਆਮ ਹੀ ਛੱਡ ਦਿੰਦੇ ਹਾਂ, ਹੈ ਨਾ। ਜਿਵੇਂ ਕਹਿੰਦੇ ਮੈਂ ਅਤੇ ਮੇਰਾ ਭਰਾ ਸ਼ਹਿਰ ਗਏ, ਮੈਂ ਤੇ ਆ ਜਿਹੜਾ, ਤੇ ਦਾ ਮਤਲਬ ਅਸਲ ਵਿੱਚ ਕੀ ਆ, ਮੈਂ ਅਤੇ ਮੇਰਾ ਭਰਾ ਸ਼ਹਿਰ ਗਏ, ਹੈ ਨਾ। ਜਾਂ ਸਾਡੇ ਕੋਠੇ 'ਤੇ ਕਾਂ ਬੈਠਾ ਹੈ, ਹੁਣ ਅਸਲ 'ਚ ਕੋਠੇ 'ਤੇ ਦਾ ਮਤਲਬ ਕੋਠੇ ਉੱਤੇ ਕਾਂ ਬੈਠਾ ਹੈ ਨਾ। ਸੋ ਇਸ ਤਰ੍ਹਾਂ ਛੁੱਟ ਮਰੋੜੀ ਅਸੀਂ ਲਾਉਣੀ ਆ ਜਿਹੜਾ ਅਸੀਂ ਛੱਡ ਦਿੰਦੇ ਹਾਂ ਅੱਖਰ। ਜਿਵੇਂ ਆਹ ਦੇਖੋ, ਸਾਡਾ ਘਰ ਖੇਤ 'ਚ ਹੈ, 'ਚ ਨਹੀਂ ਅਸਲ 'ਚ ਬੱਚੋ, ਇਹ ਹੈ ਸਾਡਾ ਘਰ ਖੇਤ ਵਿੱਚ ਹੈ। ਅਸੀਂ ਵਾਹਵੇ ਨੂੰ ਸਿਹਾਰੀ ਛੱਡਤਾ ਅਤੇ ਉਹਦੀ ਥਾਂ 'ਤੇ ਅਸੀਂ ਛੁੱਟ ਮਰੋੜੀ ਲਾਤੀ, ਹੈ ਨਾ। ਉਹ ਛੱਡੇ ਹੋਏ ਅੱਖਰ ਲਈ ਛੁੱਟ ਮਰੋੜੀ ਲੱਗਦੀ। ਸਾਡਾ ਘਰ ਖੇਤ 'ਚ ਹੈ, ਤਾਂ ਜਿੱਥੇ ਅੱਖਰ ਅਸੀਂ ਛੱਡ ਦਿੰਦੇ ਹਾਂ ਉੱਥੇ ਅਸੀਂ ਇਹ ਛੁੱਟ ਮਰੋੜੀ ਲਾਉਣੇ, ਹੈ ਨਾ। 'ਚ, ਤੇ ਇਸ ਤਰ੍ਹਾਂ ਦੇ ਸ਼ਬਦਾਂ ਦੇ ਵਿੱਚ ਜਿਹੜੇ ਹੈਗੇ ਆ ਉਹ ਛੁੱਟ ਮਰੋੜੀ ਦੀ ਵਰਤੋਂ ਕੀਤੀ ਜਾਂਦੀ ਹੈ। ਅਗਲਾ ਸਾਡੇ ਕੋਲ ਵਿਸਰਾਮ ਚਿੰਨ੍ਹ ਹੈ ਡੈਸ਼। ਜਦੋਂ ਕਿਸੇ ਗੱਲ ਨੂੰ ਸਪਸ਼ਟ ਕਰਨ ਲਈ ਵਾਧੂ ਗੱਲ ਕਹੀ ਜਾਵੇ ਤਾਂ ਡੈਸ਼ ਦੀ ਵਰਤੋਂ ਹੁੰਦੀ ਹੈ। ਮੈਂ ਕੋਈ ਗੱਲ ਕਰ ਰਿਹਾ, ਉਹਨੂੰ ਹੋਰ ਸਪਸ਼ਟ ਕਰਨ ਵਾਸਤੇ ਮੈਂ ਡੈਸ਼ ਲਾ ਕੇ ਵਿੱਚ ਉਹਨੂੰ ਐਡ ਕਰਦਾ। ਜਿਵੇਂ ਸਾਡੇ ਖੇਤ ਕਣਕ, ਮੱਕੀ, ਜੌਂ ਜੋ ਵੀ ਬੀਜਿਆ ਜਾਵੇ ਬਹੁਤ ਵਧੀਆ ਹੁੰਦਾ। ਦੇਖੋ ਜੋ ਵੀ ਬੀਜਿਆ ਜਾਵੇ, ਇਹ ਮੇਰੀ ਵਾਧੂ ਗੱਲ ਆ, ਵਿੱਚ ਵਾਧੂ ਗੱਲ ਕਹੀ ਹੈ। ਜਿਵੇਂ ਗੱਲ ਇੰਨੀ ਹੈ ਕਿ ਸਾਡੇ ਖੇਤ ਕਣਕ, ਮੱਕੀ, ਜੌਂ ਬਹੁਤ ਵਧੀਆ ਹੁੰਦਾ ਹੈ, ਪਰ ਮੈਂ ਵਿੱਚ ਇੱਕ ਵਾਧੂ ਗੱਲ ਐਡ ਕਰਤੀ, ਜੋ ਵੀ ਬੀਜਿਆ ਜਾਵੇ। ਇਹ ਜੋ ਵੀ ਬੀਜਿਆ ਜਾਵੇ ਜਦੋਂ ਵਿੱਚ ਐਡ ਕਰੂੰਗਾ ਤਾਂ ਮੈਂ ਇਹਦੇ ਦੋਵੇਂ ਪਾਸੇ ਇੱਧਰ ਵੀ ਅਤੇ ਇੱਧਰ ਵੀ ਡੈਸ਼ ਲੱਗ ਜਾਣੀ ਹੈ। ਜਿਵੇਂ ਸਾਡੇ ਖੇਤ ਕਣਕ, ਮੱਕੀ, ਜੌਂ
ਜੋ ਵੀ ਬੀਜਿਆ ਜਾਵੇ ਬਹੁਤ ਵਧੀਆ ਹੁੰਦਾ ਹੈ ਨਾ। ਸੋ ਆ ਜਿਹੜੀ ਜੋ ਵੀ ਬੀਜਿਆ ਜਾਵੇ ਵਾਧੂ ਗੱਲ ਹੈ ਮੇਰੀ, ਪਹਿਲੀ ਗੱਲ ਨੂੰ ਸਪਸ਼ਟ ਕਰਨ ਵਾਸਤੇ ਇੱਕ ਵਾਧੂ ਗੱਲ ਜੋੜੀ ਹੋਈ ਹੈ ਵਿੱਚ, ਅਤੇ ਵਾਧੂ ਗੱਲ ਦੇ ਦੋਹੀਂ ਪਾਸੇ ਜਿਹੜਾ ਹੈਗਾ ਉਹ ਡੈਸ਼ ਦੀ ਵਰਤੋਂ ਹੋ ਜਾਂਦੀ ਹੈ। ਇਸੇ ਤਰ੍ਹਾਂ ਹੀ ਸਾਡਾ ਅਗਲਾ ਵਿਸ਼ਰਾਮ ਚਿੰਨ੍ਹ ਹੈ ਦੁਬਿੰਦੀ ਡੈਸ਼। ਦੁਬਿੰਦੀ ਡੈਸ਼ ਕੀ ਚੀਜ਼ ਆ ਕਿ ਕਿਸੇ ਸ਼ਬਦ, ਵਾਕੰਸ਼ ਜਾਂ ਵਾਕ ਦੀ ਵਿਆਖਿਆ ਦੇਣ ਜਾਂ ਉਦਾਹਰਣ ਦੇਣ ਤੋਂ ਪਹਿਲਾਂ ਦੁਬਿੰਦੀ ਡੈਸ਼ ਦੀ ਵਰਤੋਂ ਕੀਤੀ ਜਾਂਦੀ ਹੈ। ਕਿਸੇ ਵੀ ਸ਼ਬਦ, ਵਾਕੰਸ਼ ਜਾਂ ਵਾਕ ਦੀ ਵਿਆਖਿਆ ਦੇਣ ਲਈ ਜਾਂ ਉਦਾਹਰਣ ਦੇਣ ਤੋਂ ਪਹਿਲਾਂ ਦੁਬਿੰਦੀ ਡੈਸ਼ ਦੀ ਵਰਤੋਂ ਕੀਤੀ। ਜਿਵੇਂ ਖਾਸ ਨਾਮ ਉਸ ਨੂੰ ਕਹਿੰਦੇ ਹਨ ਜਿਹੜਾ ਕਿਸੇ ਖਾਸ ਥਾਂ, ਮਨੁੱਖ ਜਾਂ ਵਸਤੂ ਲਈ ਵਰਤਿਆ ਜਾਵੇ। ਜਿਵੇਂ ਆਹ ਦੇਖੋ ਇੱਥੇ ਅਸੀਂ ਦੁਬਿੰਦੀ ਲਾਤੀ, ਦੁਬਿੰਦੀ ਅਤੇ ਡੈਸ਼ ਲਾਉਣੀ ਭੁੱਲ ਗਿਆ ਮੈਂ, ਦੁਬਿੰਦੀ ਡੈਸ਼ ਲਾਤੀ ਤਾਂ ਕਿ ਜਿਹੜਾ ਅੱਗੇ ਅਸੀਂ ਇਹਦੀ ਉਦਾਹਰਣ ਦੇਤੀ ਅੱਗੇ ਜਾ ਕੇ। ਠੀਕ ਹੈ, ਮੈਂ ਇਹਦੇ ਵਿੱਚ ਡੈਸ਼ ਲਗਾਉਣੀ ਭੁੱਲ ਗਿਆ ਸੀ, ਜਿਹੜੀ ਇੱਦਾਂ ਲੱਗੂਗੀ ਵਿੱਚ ਦੇਖ ਨਾ। ਸੋ ਇਹ ਸਾਡੀ ਦੁਬਿੰਦੀ ਡੈਸ਼। ਅਗਲਾ ਸਾਡਾ ਵਿਸ਼ਰਾਮ ਚਿੰਨ੍ਹ ਹੈ ਜੋੜਨੀ। ਜੋੜਨੀ ਕਿੱਥੇ ਲੱਗਦਾ ਬੱਚਿਓ? ਸਮਾਨ ਵਿਧੀ ਨਾਲ ਬਣੇ ਸ਼ਬਦਾਂ ਵਿੱਚ ਜੋੜਨੀ ਦੀ ਵਰਤੋਂ ਹੁੰਦੀ ਆ। ਸਮਾਨ ਵਿਧੀ ਨਾਲ ਜਿਹੜੇ ਇੱਕੋ ਜਿਹੇ, ਜਿਵੇਂ ਘਰ-ਬਾਰ, ਘਰ-ਘਾਟ, ਇੱਦਾਂ ਦੇ ਸ਼ਬਦ ਅਸੀਂ ਪਾਣੀ ਧਾਣੀ ਇੱਦਾਂ ਦੇ ਸ਼ਬਦ ਬੋਲਦੇ ਹਾਂ, ਜਾਂ ਜਿਵੇਂ ਹਮ ਉਮਰ, ਹਫੜਾ ਦਫੜੀ ਇੱਦਾਂ ਦੇ ਸ਼ਬਦ ਹੈ ਨਾ। ਜਾਂ ਸਾਡੇ ਕੋਲ ਹੈ ਜੋੜਨੀ ਅਤੇ ਦਾ, ਦੀ, ਇਹਨਾਂ ਸ਼ਬਦਾਂ ਦੀ ਥਾਂ 'ਤੇ ਵੀ ਵਰਤੀ ਜਾਂਦੀ ਹੈ। ਜਿਵੇਂ ਦੇਖੋ ਘਿਓ ਅਤੇ ਖਿਚੜੀ, ਸਹੀ ਸ਼ਬਦ ਕੀ ਹੈ? ਘਿਓ ਅਤੇ ਖਿਚੜੀ, ਪਰ ਅਸੀਂ ਤੇ ਵਿੱਚੋਂ ਕੱਟ ਕੇ ਉਹਦੀ ਥਾਂ 'ਤੇ ਜੋੜਨੀ ਲਾ ਦਿੰਦੇ ਹਾਂ, ਘਿਓ ਖਿਚੜੀ ਲਿਖ ਦਿੰਦੇ ਹਾਂ ਇਹਨੂੰ ਸਿੱਧਾ ਹੀ। ਇਸੇ ਤਰ੍ਹਾਂ ਸਾਡੇ ਕੋਲ ਸ਼ਬਦ ਆ ਬੁੱਤ ਦੀ ਪੂਜਾ, ਹੈ ਨਾ। ਬੁੱਤ ਦੀ ਪੂਜਾ ਨੂੰ ਅਸੀਂ ਬੁੱਤ ਪੂਜਾ ਲਿਖ ਦਿੰਦੇ ਹਾਂ, ਬੁੱਤ ਪੂਜਾ ਜੋੜਨੀ ਪਾ ਕੇ ਲਿਖ ਦਿੰਦੇ ਹਾਂ। ਮਤਲਬ ਬਹੁਤ ਸਾਰੇ ਲੋਕ ਬੁੱਤ ਪੂਜਾ ਕਰਦੇ ਹਨ, ਤਾਂ ਹੋਣਾ ਕੀ ਚਾਹੀਦਾ ਸੀ ਕਿ ਬਹੁਤ ਸਾਰੇ ਲੋਕ ਬੁੱਤਾਂ ਦੀ ਪੂਜਾ ਕਰਦੇ ਹਨ। ਸੋ ਬੁੱਤਾਂ ਦੀ ਪੂਜਾ ਨੂੰ ਅਸੀਂ ਬੁੱਤ ਪੂਜਾ, ਉਹਦਾ ਸੰਖੇਪ ਰੂਪ ਬਣਾ ਲੈਂਦੇ ਹਾਂ ਜੋੜਨੀ ਪਾ ਕੇ। ਇਸੇ ਤਰ੍ਹਾਂ ਘਿਓ ਅਤੇ ਖਿਚੜੀ ਦਾ ਵੀ ਅਸੀਂ ਸੰਖੇਪ ਰੂਪ ਬਣਾ ਲੈਂਦੇ ਹਾਂ ਘਿਓ ਖਿਚੜੀ। ਸੋ ਇਹ ਸਾਡੇ ਵਿਸ਼ਰਾਮ ਚਿੰਨ੍ਹ ਸੀਗੇ ਬੱਚਿਓ। ਮੈਂ ਹੁਣ ਤੱਕ ਤੁਹਾਨੂੰ ਦੱਸ ਚੁੱਕਿਆ ਕਿ ਪੰਜਾਬੀ ਭਾਸ਼ਾ ਦੇ ਵਿੱਚ 13 ਵਿਸ਼ਰਾਮ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਆ, ਜਿਨ੍ਹਾਂ ਦਾ ਅਸੀਂ ਸੰਖੇਪ ਜਾਂ ਵੇਰਵਾ ਇਹਨਾਂ ਸਾਰੀਆਂ ਸਲਾਈਡਾਂ ਦੇ ਵਿੱਚ ਪੜ੍ਹਿਆ। ਸੋ ਪਿਆਰੇ ਬੱਚਿਓ, ਆਪਾਂ ਅੱਜ ਦੇ ਇਸ ਲੈਕਚਰ ਦੇ ਵਿੱਚ ਪੰਜਾਬੀ ਵਿੱਚ ਵਰਤੇ ਜਾਂਦੇ ਵਿਸ਼ਰਾਮ ਚਿੰਨ੍ਹਾਂ ਬਾਰੇ ਵਿਸਥਾਰ ਸਹਿਤ ਗੱਲਬਾਤ ਕੀਤੀ ਆ। ਔਰ ਇਸ ਲੈਕਚਰ ਦੇ ਵਿੱਚ ਅਸੀਂ ਜਾਣਿਆ ਕਿ ਪੰਜਾਬੀ ਦੇ ਵਿੱਚ ਕੁੱਲ 13 ਵਿਸ਼ਰਾਮ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਆ। ਇਹ 13 ਦੇ 13 ਵਿਸ਼ਰਾਮ ਚਿੰਨ੍ਹ ਕਦੋਂ, ਕਿੱਥੇ, ਕਿਵੇਂ ਵਰਤੇ ਜਾਂਦੇ ਆ, ਇਹ ਅਸੀਂ ਇਸ ਲੈਕਚਰ ਦੇ ਵਿੱਚ ਸਮਝਣ ਦੀ ਅਤੇ ਪੜ੍ਹਨ ਦੀ ਕੋਸ਼ਿਸ਼ ਕੀਤੀ ਹੈ। ਤੋ ਮੈਂ ਸਾਰੇ ਬੱਚਿਆਂ ਨੂੰ ਇਹ ਬੇਨਤੀ ਕਰਦਾ ਕਿ ਆਪਣੀਆਂ ਆਪਣੀਆਂ ਕਿਤਾਬਾਂ ਦੇ ਵਿੱਚੋਂ, ਵਿਆਕਰਣ ਦੀਆਂ ਕਿਤਾਬਾਂ ਦੇ ਵਿੱਚੋਂ ਜੋ ਅਭਿਆਸ ਦਿੱਤਾ ਹੋਇਆ ਇਹਨਾਂ ਵਿਸ਼ਰਾਮ ਚਿੰਨ੍ਹਾਂ ਦਾ, ਉਹਨੂੰ ਪੜ੍ਹਨਾ, ਸਮਝਣਾ, ਔਰ ਜਿੱਥੇ ਕਿਤੇ ਦਿੱਕਤ ਆਵੇ ਤਾਂ ਆਪਣੇ ਅਧਿਆਪਕਾਂ ਦੀ ਮਦਦ ਲੈਣੀ ਆ। ਆਸ ਕਰਦਾ ਕਿ ਤੁਸੀਂ ਇਸ ਲੈਕਚਰ ਤੋਂ ਵੱਧ ਫਾਇਦਾ ਉਠਾਓਗੇ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ।